ਮੇਰਾ ਵਿਆਹ ਇੱਕ ਬਹੁਤ ਹੀ ਅਮੀਰ ਖਾਨਦਾਨ ਵਿੱਚ ਹੋਇਆ ਸੀ। ਮੈਂ ਇਸ ਕਰਕੇ ਬਹੁਤ ਖੁਸ਼ ਸੀ ਕਿ ਸਾਰੀ ਜ਼ਿੰਦਗੀ ਆਪਣੀਆਂ ਖੁਆਇਸ਼ਾਂ ਨੂੰ ਦਬਾਉਂਦੇ ਹੋਏ ਗੁਜ਼ਾਰੀ ਸੀ। ਮੈਨੂੰ ਪੈਸੇ ਦੀ ਕਦਰ ਤੇ ਕੀਮਤ ਦਾ ਅੰਦਾਜ਼ਾ ਸੀ। ਜਦੋਂ ਮੇਰਾ ਵਿਆਹ ਅਮੀਰ ਖਾਨਦਾਨ ਵਿੱਚ ਹੋਣ ਲੱਗਿਆ ਤਾਂ ਮੈਂ ਕਿਸੇ ਨੂੰ ਕੋਈ ਸਵਾਲ ਨਹੀਂ ਕੀਤਾ। ਮੈਨੂੰ ਤਾਂ ਬਸ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਇਸ ਜੇਲ੍ਹ ਵਿੱਚੋਂ ਨਿਕਲ ਕੇ ਇੱਕ ਵੱਡੇ ਮਹਿਲ ਵਿੱਚ ਜਾਵਾਂਗੀ। ਮੇਰੇ ਵਿਆਹ ਦਾ ਦਿਨ ਵੀ ਆ ਗਿਆ। ਮੇਰੇ ਸਸੁਰਾਲ ਵਾਲੇ ਬਹੁਤ ਚਮਕ ਦਮਕ ਵਾਲੇ ਸਨ। ਮੇਰੇ ਹੋਣ ਵਾਲੇ ਪਤੀ ਦਾ ਚਿਹਰਾ ਸਿਹਰੇ ਨਾਲ ਢਕਿਆ ਹੋਇਆ ਸੀ। ਮੈਂ ਸਾਰੇ ਵਿਆਹ ਵਿੱਚ ਉਸ ਦਾ ਚਿਹਰਾ ਨਹੀਂ ਦੇਖ ਸਕੀ। ਮੈਂ ਜਦੋਂ ਵਿਆਹ ਕਰਕੇ ਆਪਣੇ ਸਸੁਰਾਲ ਗਈ ਤਾਂ ਮੈਂ ਆਪਣੇ ਉਸ ਘਰ ਨੂੰ ਦੇਖਦੇ ਹੀ ਰਹਿ ਗਈ। ਮੈਨੂੰ ਲੱਗਿਆ ਕਿ ਮੈਂ ਇੱਕ ਨਵੀਂ ਦੁਨੀਆ ਵਿੱਚ ਆ ਗਈ। ਹੁਣ ਮੈਨੂੰ ਆਪਣੇ ਪਤੀ ਨੂੰ ਦੇਖਣ ਦੀ ਕਾਹਲੀ ਸੀ, ਕਿਉਂਕਿ ਮੈਨੂੰ ਕਿਸੇ ਨੇ ਵਿਆਹ ਤੋਂ ਪਹਿਲਾਂ ਮੇਰੇ ਪਤੀ ਦੀ ਫੋਟੋ ਵੀ ਨਹੀਂ ਦਿਖਾਈ ਸੀ। ਸਸੁਰਾਲ ਵਿੱਚ ਮੇਰਾ ਸਵਾਗਤ ਮੇਰੀ ਸੱਸ ਨੇ ਕੀਤਾ। ਮੈਨੂੰ ਮੇਰੇ ਪਤੀ ਦੇ ਨਹੀਂ ਸਗੋਂ ਸੱਸ ਦੇ ਕਮਰੇ ਵਿੱਚ ਬਿਠਾਇਆ ਗਿਆ। ਮੈਨੂੰ ਲੱਗਿਆ ਕਿ ਸ਼ਾਇਦ ਕੋਈ ਰਸਮ ਕਰਨੀ ਹੋਵੇਗੀ। ਮੈਨੂੰ ਮੇਰੇ ਪਤੀ ਨਾਲ ਬਿਠਾ ਕੇ ਕੁਝ ਰਸਮਾਂ ਕੀਤੀਆਂ ਗਈਆਂ, ਪਰ ਉਸਨੇ ਹਜੇ ਵੀ ਆਪਣਾ ਚਿਹਰਾ ਸਿਹਰੇ ਨਾਲ ਢਕਿਆ ਹੋਇਆ ਸੀ। ਮੈਂ ਕਿਸਮਤ ਦੀ ਮਾਰੀ, ਮੈਨੂੰ ਕੀ ਪਤਾ ਸੀ ਕਿ ਹੁਣ ਮੇਰੀਆਂ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਮੈਨੂੰ ਲੱਗਿਆ ਕਿ ਰਸਮਾਂ ਤੋਂ ਬਾਅਦ ਮੈਨੂੰ ਮੇਰੇ ਪਤੀ ਦੇ ਕਮਰੇ ਵਿੱਚ ਭੇਜਿਆ ਜਾਵੇਗਾ, ਪਰ ਅੱਧਾ ਘੰਟਾ ਗੁਜ਼ਰ ਗਿਆ, ਮੇਰੀ ਸੱਸ ਨਾ ਆਈ। ਮੇਰੇ ਦਿਮਾਗ ਵਿੱਚ ਅਜੀਬ ਖਿਆਲ ਆਉਣ ਲੱਗੇ। ਕੁਝ ਸਮੇਂ ਬਾਅਦ ਮੇਰੀ ਸੱਸ ਕਮਰੇ ਵਿੱਚ ਆਈ। ਉਹ ਮੇਰੇ ਕੋਲ ਆ ਕੇ ਬੈਠ ਗਈ ਤੇ ਮੈਨੂੰ ਬਹੁਤ ਗੌਰ ਨਾਲ ਦੇਖਣ ਲੱਗੀ ਤੇ ਕਹਿਣ ਲੱਗੀ, ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੇਰੇ ਮਨ ਵਿੱਚ ਕੀ ਚੱਲ ਰਿਹਾ ਹੈ। ਤੂੰ ਇਹੀ ਸੋਚ ਰਹੀ ਹੈ ਕਿ ਤੇਰਾ ਪਤੀ ਹੁਣ ਤੱਕ ਤੇਰੇ ਕਮਰੇ ਵਿੱਚ ਕਿਉਂ ਨਹੀਂ ਆਇਆ। ਮੇਰੀ ਸੱਸ ਵਾਰ-ਵਾਰ ਕਮਰੇ ਵਿੱਚ ਕਿਉਂ ਆ ਜਾਂਦੀ ਹੈ। ਮੈਂ ਬਸ ਇਹੀ ਚਾਹੁੰਦੀ ਹਾਂ ਕਿ ਤੈਨੂੰ ਕਿਸੇ ਦੀ ਨਜ਼ਰ ਨਾ ਲੱਗੇ। ਮੈਂ ਤੈਨੂੰ ਤੇਰੇ ਪਤੀ ਕੋਲ ਜ਼ਰੂਰ ਭੇਜਾਂਗੀ, ਪਰ ਸਹੀ ਸਮੇਂ 'ਤੇ। ਫਿਲਹਾਲ ਤੂੰ ਕੱਪੜੇ ਬਦਲ ਲੈ ਤਾਂ ਕਿ ਆਸਾਨੀ ਨਾਲ ਸੌਂ ਸਕੇ। ਮੇਰੀ ਸੱਸ ਬਹੁਤ ਚੰਗੀ ਲੱਗ ਰਹੀ ਸੀ। ਉਸਦੇ ਚਿਹਰੇ 'ਤੇ ਸ਼ਰਾਫਤ ਸਾਫ਼ ਨਜ਼ਰ ਆ ਰਹੀ ਸੀ। ਮੈਂ ਕੱਪੜੇ ਬਦਲ ਲਏ ਤੇ ਬੈੱਡ 'ਤੇ ਪੈ ਗਈ। ਫਿਰ ਮੈਂ ਕਦੋਂ ਸੌਂ ਗਈ ਮੈਨੂੰ ਪਤਾ ਹੀ ਨਾ ਚੱਲਿਆ। ਮੈਂ ਸਵੇਰੇ ਉੱਠੀ ਤਾਂ ਮੇਰੀ ਸੱਸ ਦੇ ਕਮਰੇ ਵਿੱਚ ਸੀ, ਪਰ ਮੈਨੂੰ ਇੰਨਾ ਬੁਰਾ ਨਹੀਂ ਲੱਗਿਆ ਕਿਉਂਕਿ ਮੇਰੀ ਸੱਸ ਤਾਂ ਮੇਰਾ ਬਹੁਤ ਧਿਆਨ ਰੱਖ ਰਹੀ ਸੀ। ਫਿਰ ਮੇਰੀ ਸੱਸ ਕਹਿਣ ਲੱਗੀ ਕਿ ਤਿਆਰ ਹੋ ਜਾ, ਮੂੰਹ ਦਿਖਾਈ ਦੀ ਰਸਮ ਕਰਨੀ ਹੈ। ਮੈਂ ਚੰਗੀ ਤਰ੍ਹਾਂ ਤਿਆਰ ਹੋ ਗਈ। ਮੈਂ ਬਹੁਤ ਖੁਸ਼ ਸੀ ਕਿ ਪਹਿਨਣ ਲਈ ਇੰਨੇ ਵਧੀਆ ਕੱਪੜੇ ਤੇ ਗਹਿਣੇ ਮਿਲੇ ਹਨ। ਸਾਰੇ ਮੈਨੂੰ ਮਿਲਣ ਆਏ, ਪਰ ਉਹ ਸਾਰੇ ਮੈਨੂੰ ਘੂਰ-ਘੂਰ ਕੇ ਵੇਖ ਰਹੇ ਸਨ। ਉਹ ਮੈਨੂੰ ਇਸ ਤਰ੍ਹਾਂ ਵੇਖ ਰਹੇ ਸਨ ਮੈਂ ਕੋਈ ਅਜੂਬਾ ਹੋਵਾਂ। ਮੈਂ ਉਹਨਾਂ ਦੇ ਇਸ ਤਰ੍ਹਾਂ ਦੇਖਣ ਦਾ ਮਤਲਬ ਨਹੀਂ ਸਮਝ ਪਾ ਰਹੀ ਸੀ, ਪਰ ਮੈਨੂੰ ਸਭ ਦੀ ਨਜ਼ਰ ਮੇਰੇ ਲਈ ਤਰਸ ਨਜ਼ਰ ਆ ਰਿਹਾ ਸੀ। ਮੈਨੂੰ ਕੀ ਪਤਾ ਸੀ ਕਿ ਉਹ ਸਾਰੇ ਮੇਰੀ ਬਦਨਸੀਬੀ ਕਰਕੇ ਮੇਰੇ 'ਤੇ ਤਰਸ ਖਾ ਰਹੇ ਹਨ। ਫਿਰ ਮੇਰੀ ਸੱਸ ਮੈਨੂੰ ਕਮਰੇ ਵਿੱਚ ਬਿਠਾ ਕੇ ਚਲੀ ਗਈ, ਪਰ ਹਜੇ ਤੱਕ ਮੇਰਾ ਪਤੀ ਮੇਰੇ ਸਾਹਮਣੇ ਨਹੀਂ ਆਇਆ ਸੀ। ਇਹ ਗੱਲ ਮੈਨੂੰ ਅਜੀਬ ਲੱਗ ਰਹੀ ਸੀ। ਫਿਰ ਮੇਰੀ ਸੱਸ ਮੇਰੇ ਕੋਲ ਆਈ ਤਾਂ ਮੈਂ ਉਸਨੂੰ ਆਪਣੇ ਪਤੀ ਪ੍ਰਦੀਪ ਬਾਰੇ ਪੁੱਛ ਹੀ ਲਿਆ ਤਾਂ ਉਹ ਹੱਸਦੇ ਹੋਏ ਕਹਿਣ ਲੱਗੀ ਕਿ ਬਹੁਤ ਜਲਦੀ ਹੈ ਆਪਣੇ ਪਤੀ ਨੂੰ ਮਿਲਣ ਦੀ। ਤੂੰ ਹਜੇ ਆਪਣੇ ਪਤੀ ਦਾ ਚਿਹਰਾ ਨਹੀਂ ਦੇਖ ਸਕਦੀ। ਪ੍ਰਦੀਪ ਵੀ ਰੋਜ਼ ਕਹਿੰਦਾ ਹੈ ਕਿ ਮੈਂ ਸੁਮਨ ਨੂੰ ਮਿਲਣਾ ਹੈ, ਪਰ ਜਦੋਂ ਤੱਕ ਤੁਸੀਂ ਦੋਨੋਂ ਪੰਡਿਤ ਜੀ ਦੀ ਦੱਸੀ ਹੋਈ ਪੂਜਾ ਪੂਰੇ ਵਿਧੀ ਵਿਧਾਨ ਨਾਲ ਨਹੀਂ ਕਰ ਲੈਂਦੇ, ਉਦੋਂ ਤੱਕ ਤੁਸੀਂ ਨਹੀਂ ਮਿਲ ਸਕਦੀ। ਮੈਂ ਸੱਸ ਦੀ ਗੱਲ ਸੁਣ ਕੇ ਖਾਮੋਸ਼ ਹੋ ਗਈ। ਅੱਜ ਤਾਂ ਮੇਰਾ ਪੂਜਾ ਕਰਨ ਦਾ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਸੀ, ਕਿਉਂਕਿ 3 ਦਿਨ ਹੋ ਗਏ ਸੀ, ਪਰ ਮੈਂ ਆਪਣੇ ਪਤੀ ਨੂੰ ਨਹੀਂ ਦੇਖਿਆ ਸੀ, ਨਾ ਉਸ ਨਾਲ ਕੋਈ ਗੱਲ ਕੀਤੀ ਸੀ। ਫਿਰ ਇੱਕ ਅਜੀਬ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਦਿਨ ਵਿੱਚ 4 ਵਾਰ ਪੂਜਾ ਕਰਦੀ, ਪਰ ਰਾਤ ਦੀ ਪੂਜਾ ਤੋਂ ਬਾਅਦ ਮੇਰੀ ਸੱਸ ਮੇਰੇ ਲਈ ਕੁਝ ਨਾ ਕੁਝ ਖਾਣ ਨੂੰ ਲਿਆਉਂਦੀ ਤੇ ਕਹਿੰਦੀ ਇਹ ਖਾ ਲੈ। ਉਸਨੂੰ ਖਾਂਦੇ ਹੀ ਮੈਨੂੰ ਨੀਂਦ ਆ ਜਾਂਦੀ, ਪਰ ਮੈਨੂੰ ਇਹ ਲੱਗਦਾ ਰਹਿੰਦਾ ਜਿਵੇਂ ਕਿ ਰਾਤ ਨੂੰ ਕੋਈ ਮੇਰੇ ਕੋਲ ਆਉਂਦਾ ਹੋਵੇ। ਪਰ ਇੱਕ ਰਾਤ ਮੈਂ ਸੋਚ ਲਿਆ ਕਿ ਪਤਾ ਕਰਕੇ ਰਹਾਂਗੀ ਕਿ ਰਾਤ ਨੂੰ ਮੇਰੇ ਕੋਲ ਕੌਣ ਹੁੰਦਾ ਹੈ। ਮੇਰੀ ਸੱਸ ਮੈਨੂੰ ਨੀਂਦ ਵਾਲਾ ਕੁਝ ਕਿਉਂ ਖਵਾਉਂਦੀ ਹੈ। ਰਾਤ ਹੁੰਦੇ ਹੀ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਇਹ ਜੂਸ ਪੀ ਲੈ, ਪਰ ਮੈਂ ਉਸ ਵੱਲ ਵੇਖਿਆ ਵੀ ਨਹੀਂ ਤੇ ਆਪਣੀ ਸੱਸ ਨੂੰ ਕਿਹਾ ਕਿ ਮੇਰਾ ਹਜੇ ਮਨ ਨਹੀਂ ਹੈ, ਮੈਂ ਪਹਿਲਾਂ ਪੂਜਾ ਖਤਮ ਕਰ ਲਵਾਂ। ਪਰ ਮੇਰੀ ਸੱਸ ਕਹਿਣ ਲੱਗੀ ਕਿ ਪਹਿਲਾਂ ਜੂਸ ਪੀ ਲੈ, ਪਰ ਮੈਂ ਸਾਫ਼ ਮਨਾ ਕਰ ਦਿੱਤਾ। ਉਹ ਸਮਝ ਗਈ ਕਿ ਹੁਣ ਮੈਂ ਉਸ ਦੇ ਬਹਿਕਾਵੇ ਵਿੱਚ ਨਹੀਂ ਆਵਾਂਗੀ। ਉਹ ਉੱਥੋਂ ਚਲੀ ਗਈ। ਥੋੜ੍ਹੀ ਦੇਰ ਬਾਅਦ ਫਿਰ ਉਹ ਆਈ। ਉਸਨੂੰ ਦੇਖ ਕੇ ਸਾਫ਼ ਹੀ ਲੱਗ ਰਿਹਾ ਸੀ ਕਿ ਉਹ ਮੈਨੂੰ ਜਾਗਦੀ ਹੋਈ ਦੇਖ ਕੇ ਪਰੇਸ਼ਾਨ ਹੈ। ਉਹ ਬਾਰ-ਬਾਰ ਕਿਸੇ ਨਾ ਬਹਾਨੇ ਮੇਰੇ ਕਮਰੇ ਵਿੱਚ ਆ ਜਾਂਦੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰਨਾ ਚਾਹੁੰਦੀ ਹੈ। ਫਿਰ ਉਹ ਮੇਰੇ ਲਈ ਇੱਕ ਚਾਦਰ ਲੈ ਕੇ ਆਈ। ਪੂਜਾ ਕਰਦੇ ਸਮੇਂ ਆਪਣੇ ਉੱਪਰ ਲੈ ਲਵੀਂ। ਮੈਂ ਸੋਚਿਆ ਕਿ ਚਲੋ ਚਾਦਰ ਲੈਣ ਵਿੱਚ ਕੀ ਹਰਜ ਹੈ, ਇਸ ਲਈ ਮੈਂ ਉਹ ਚਾਦਰ ਲੈ ਲਈ। ਪਰ ਮੈਨੂੰ ਥੋੜ੍ਹੇ ਸਮੇਂ ਬਾਅਦ ਹੀ ਨੀਂਦ ਆਉਣ ਲੱਗੀ। ਫਿਰ ਮੈਂ ਨਾ ਚਾਹੁੰਦੇ ਹੋਏ ਵੀ ਸੌਂ ਗਈ। ਸਵੇਰੇ ਜਦੋਂ ਉੱਠੀ ਤਾਂ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ। ਮੈਂ ਕੁਝ ਪਤਾ ਨਹੀਂ ਕਰ ਪਾ ਰਹੀ, ਪਰ ਹੁਣ ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਹੁਣ ਮੈਂ ਸੱਚਾਈ ਤੋਂ ਪਰਦਾ ਹਟਾ ਕੇ ਰਹਾਂਗੀ। ਰਾਤ ਦਾ ਸਮਾਂ ਹੋ ਗਿਆ ਤਾਂ ਅੱਜ ਮੈਂ ਪਹਿਲਾਂ ਹੀ ਸੌਣ ਦਾ ਨਾਟਕ ਕਰਨ ਲੱਗੀ। ਮੈਂ ਇਸ ਤਰ੍ਹਾਂ ਨਾਟਕ ਕੀਤਾ ਕਿ ਮੇਰੀ ਸੱਸ ਨੂੰ ਯਕੀਨ ਹੋ ਗਿਆ ਕਿ ਮੈਂ ਸੌਂ ਚੁੱਕੀ ਹਾਂ।
ਮੇਰੇ ਸੌਣ ਤੋਂ 10 ਕੁ ਮਿੰਟ ਬਾਅਦ ਮੇਰੇ ਕਮਰੇ ਵਿੱਚ ਹਲਚਲ ਸ਼ੁਰੂ ਹੋਈ। ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਜਿਵੇਂ ਕਿ ਕੋਈ ਆਦਮੀ ਹੋਵੇ। ਫਿਰ ਉਸਨੇ ਮੈਨੂੰ ਛੂਹਿਆ। ਮੈਥੋਂ ਇਹ ਬਰਦਾਸ਼ਤ ਨਹੀਂ ਹੋਇਆ। ਮੈਂ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ। ਸਾਹਮਣੇ ਖੜੇ ਇਨਸਾਨ ਨੂੰ ਦੇਖ ਕੇ ਮੇਰੇ ਸਿਰ 'ਤੇ ਤਾਂ ਜਿਵੇਂ ਆਸਮਾਨ ਡਿੱਗ ਪਿਆ ਹੋਵੇ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਨਾਲ ਇੰਨਾ ਵੱਡਾ ਧੋਖਾ ਹੋ ਸਕਦਾ ਹੈ। ਮੇਰੇ ਤਾਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਮੈਂ ਵਿਆਹ ਬਾਰੇ ਕੀ ਸੋਚਿਆ ਸੀ ਤੇ ਮੇਰੇ ਨਾਲ ਕੀ ਹੋ ਗਿਆ। ਮੈਂ ਉੱਠ ਕੇ ਕਮਰੇ ਵਿੱਚੋਂ ਬਾਹਰ ਭੱਜੀ। ਜਦੋਂ ਬਾਹਰ ਆਈ ਤਾਂ ਸੱਸ ਮੈਨੂੰ ਦੇਖ ਕੇ ਹੱਕੀ ਬੱਕੀ ਰਹਿ ਗਈ। ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਉਂ ਕੀਤਾ। ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ, ਇਹੋ ਜਿਹੀਆਂ ਗੱਲਾਂ ਨਾ ਕਰ। ਮੈਂ ਆਪਣੀ ਔਲਾਦ ਦੀ ਖੁਸ਼ੀ ਲਈ ਥੋੜ੍ਹੀ ਜਿਹੀ ਹੇਰਾਫੇਰੀ ਕਰ ਲਈ। ਮੇਰੀ ਮਜਬੂਰੀ ਸੀ, ਮੈਨੂੰ ਮਾफ़ ਕਰ ਦੇ। ਪਰ ਮੈਂ ਆਪਣੀ ਸੱਸ ਦੀ ਇੱਕ ਨਾ ਸੁਣੀ। ਮੈਂ ਕਿਹਾ, ਇੰਨੇ ਵੱਡੇ ਧੋਖੇ ਤੋਂ ਬਾਅਦ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ। ਮੈਂ ਆਪਣਾ ਸਮਾਨ ਪੈਕ ਕੀਤਾ ਤੇ ਆਪਣੇ ਘਰ ਆ ਗਈ। ਮੈਂ ਆਪਣੇ ਮਾਂ-ਪਿਓ ਨੂੰ ਸਾਰੀ ਗੱਲ ਦੱਸੀ। ਮੇਰੀ ਮਾਂ ਕਹਿਣ ਲੱਗੀ ਕਿ ਮੈਨੂੰ ਮਾफ़ ਕਰ ਦੇ, ਸਾਨੂੰ ਪਹਿਲਾਂ ਹੀ ਸਭ ਪਤਾ ਸੀ। ਅਸੀਂ ਜਾਣ-ਬੁੱਝ ਕੇ ਤੈਨੂੰ ਕੁਝ ਨਹੀਂ ਦੱਸਿਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਮਾਤਾ-ਪਿਤਾ ਮੇਰੇ ਨਾਲ ਅਜਿਹਾ ਕਰ ਸਕਦੇ ਹਨ। ਮੇਰੀ ਮਾਂ ਕਹਿਣ ਲੱਗੀ ਕਿ ਬੇਟਾ ਅਸੀਂ ਮਜਬੂਰ ਸੀ। ਮੈਂ ਕਿਹਾ, ਤੁਸੀਂ ਮਜਬੂਰ ਨਹੀਂ, ਸਗੋਂ ਲਾਲਚੀ ਬਣ ਗਏ। ਮੇਰਾ ਅਜਿਹਾ ਕਹਿਣਾ ਨਹੀਂ ਚਾਹੁੰਦੀ ਸੀ, ਪਰ ਆਪਣੇ ਨਾਲ ਹੋਏ ਧੋਖੇ ਸਾਹਮਣੇ ਸਭ ਘੱਟ ਹੀ ਲੱਗ ਰਿਹਾ ਸੀ। ਫਿਰ ਕੁਝ ਦੇਰ ਬਾਅਦ ਮੇਰੀ ਭੈਣ ਘਰ ਪਹੁੰਚੀ। ਉਸਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਉਹ ਆਪਣੇ ਪਤੀ ਨਾਲ ਲੜ ਕੇ ਆਈ ਹੈ। ਮੈਂ ਉਸਨੂੰ ਕਿਹਾ ਕਿ ਤੈਨੂੰ ਵੀ ਆਪਣੇ ਘਰ ਵਿੱਚ ਸਕੂਨ ਨਹੀਂ ਹੈ। ਤਾਂ ਉਹ ਕਹਿਣ ਲੱਗੀ, ਤੇਰਾ ਵਿਆਹ ਇੰਨੇ ਅਮੀਰ ਘਰ ਵਿੱਚ ਹੋਇਆ। ਜਦੋਂ ਤੂੰ ਖੁਸ਼ ਨਹੀਂ ਤਾਂ ਮੈਂ ਕਿਵੇਂ ਖੁਸ਼ ਹੋ ਸਕਦੀ ਹਾਂ। ਸਾਡੇ ਘਰ ਪੈਸਿਆਂ ਦੀ ਤੰਗੀ ਆਉਣ ਕਰਕੇ ਰੋਜ਼ ਲੜਾਈ ਝਗੜੇ ਹੁੰਦੇ ਹਨ। ਮੇਰਾ ਪਤੀ ਮੈਨੂੰ ਮਾਰਦਾ ਹੈ। ਅਸੀਂ ਦੋਨੋਂ ਭੈਣਾਂ ਮਾਂ-ਪਿਓ ਦੇ ਘਰ ਬੈਠ ਗਈਆਂ। ਮੈਨੂੰ ਲੱਗਦਾ ਕਿ ਮੈਂ ਆਪਣੇ ਮਾਂ-ਪਿਓ ਨਾਲ ਗਲਤ ਕਰ ਰਹੀ ਹਾਂ। ਮੈਂ ਰਾਤ ਨੂੰ ਜਦੋਂ ਸੌਣ ਲੱਗੀ ਤਾਂ ਉਹ ਸਭ ਮੈਨੂੰ ਫੇਰ ਯਾਦ ਆ ਗਿਆ। ਮੇਰੇ ਕਮਰੇ ਵਿੱਚ ਆਉਣ ਵਾਲਾ ਆਦਮੀ ਕੋਈ ਹੋਰ ਨਹੀਂ, ਸਗੋਂ ਮੇਰਾ ਪਤੀ ਹੀ ਸੀ। ਉਹ ਇੰਨਾ ਬਦਸੂਰਤ ਸੀ ਕਿ ਉਸਨੂੰ ਦੇਖਦੇ ਹੀ ਮੇਰੇ ਸਿਰ 'ਤੇ ਆਸਮਾਨ ਡਿੱਗ ਪਿਆ ਸੀ। ਇਹ ਸਭ ਸੋਚ ਕੇ ਮੇਰਾ ਦਿਲ ਘਬਰਾਉਣ ਲੱਗਿਆ। ਮੇਰੇ ਮਾਂ-ਬਾਪ ਨੇ ਜੋ ਕੀਤਾ ਮਜਬੂਰੀ ਵਿੱਚ ਕੀਤਾ, ਕਿਉਂਕਿ ਅਸੀਂ ਬਹੁਤ ਗਰੀਬ ਸੀ ਤੇ ਗਰੀਬ ਦੀ ਧੀ ਨਾਲ ਕੋਈ ਵਿਆਹ ਨਹੀਂ ਕਰਵਾਉਂਦਾ। ਜੇ ਮੇਰਾ ਪਤੀ ਬਦਸੂਰਤ ਹੈ ਤਾਂ ਕੀ ਹੋਇਆ, ਰੰਗ ਰੂਪ ਤਾਂ ਰੱਬ ਦੀ ਦੇਣ ਹੈ। ਮੈਨੂੰ ਆਪਣੀ ਸੱਸ ਦੀ ਮਜਬੂਰੀ ਵੀ ਸਮਝ ਆ ਰਹੀ ਸੀ ਕਿ ਉਸਨੇ ਆਪਣੇ ਬੇਟੇ ਦੀ ਖੁਸ਼ੀ ਲਈ ਕੀਤਾ। ਸ਼ਾਇਦ ਇੰਨੇ ਬਦਸੂਰਤ ਇਨਸਾਨ ਨਾਲ ਕੋਈ ਵਿਆਹ ਨਾ ਕਰਵਾਉਂਦਾ, ਇਸ ਲਈ ਇਹ ਗੱਲ ਮੈਥੋਂ ਵੀ ਛੁਪਾਈ ਗਈ। ਆਪਣੇ ਮਾਂ-ਪਿਓ ਦੀ ਮਜਬੂਰੀ ਦੇਖਦੇ ਹੋਏ ਮੈਂ ਫੈਸਲਾ ਲਿਆ ਕਿ ਮੈਂ ਸਸੁਰਾਲ ਵਾਪਸ ਚਲੀ ਜਾਵਾਂਗੀ। ਮੈਂ ਆਪਣਾ ਸਮਾਨ ਪੈਕ ਕੀਤਾ, ਸਸੁਰਾਲ ਆ ਗਈ, ਜਿੱਥੇ ਮੇਰਾ ਪਤੀ ਤੇ ਮੇਰੀ ਸੱਸ ਮੇਰਾ ਇੰਤਜ਼ਾਰ ਕਰ ਰਹੇ ਸਨ। ਉਹ ਦੋਨੋਂ ਮੇਰੇ ਤੋਂ ਮਾफ़ੀ ਮੰਗ ਰਹੇ ਸਨ ਕਿ ਅਸੀਂ ਤੇਰੇ ਨਾਲ ਬਹੁਤ ਗਲਤ ਕੀਤਾ, ਤੇਰੀਆਂ ਉਮੀਦਾਂ ਤੇ ਖਵਾਹਿਸ਼ਾਂ ਨੂੰ ਤੋੜਿਆ, ਪਰ ਯਕੀਨ ਕਰ, ਮੈਂ ਤੈਨੂੰ ਖੁਸ਼ ਰੱਖਣ ਦੀ ਹਰ ਮੁਮਕਿਨ ਕੋਸ਼ਿਸ਼ ਕਰਾਂਗਾ। ਤੂੰ ਜਿਵੇਂ ਕਹੇਂਗੀ ਉਵੇਂ ਹੀ ਕਰਾਂਗਾ। ਮੈਂ ਵੀ ਉਹਨਾਂ ਨੂੰ ਮਾफ़ ਕਰ ਦਿੱਤਾ। ਪ੍ਰਦੀਪ ਇੱਕ ਬਹੁਤ ਚੰਗਾ ਪਤੀ ਸੀ। ਮੇਰੀ ਸੱਸ ਵੀ ਮੈਨੂੰ ਬਹੁਤ ਪਿਆਰ ਕਰਦੀ। ਕੁਝ ਸਮੇਂ ਬਾਅਦ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਮੇਰੀ ਜ਼ਿੰਦਗੀ ਵਿੱਚ ਸਭ ਠੀਕ ਚੱਲ ਰਿਹਾ ਸੀ। ਹੁਣ ਮੈਨੂੰ ਇੱਕ ਗੱਲ ਸਮਝ ਆ ਗਈ ਸੀ ਕਿ ਰੰਗ ਰੂਪ ਤਾਂ ਰੱਬ ਦੀ ਦੇਣ ਹੈ। ਇਨਸਾਨ ਸ਼ਕਲ ਦਾ ਨਹੀਂ, ਸਗੋਂ ਦਿਲ ਦਾ ਚੰਗਾ ਹੋਣਾ ਚਾਹੀਦਾ ਹੈ, ਜੋ ਕਿ ਮੇਰਾ ਪਤੀ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।